धरती दे वल तेरे वधदे कदम पावन धरती दे वल तेरे वधदे कदम तेरे जीवन दे बंदेरा खोलणगे रब दी बरकत दे नाल उजड़े खिल जाणगे सुते पाग तेरे जाग तैनू डोलणगे पावन धरती दे वल मंगी दुआ पूरी हो जावेगी वगदी हनेरी भी खलो जावेगी मंगी दुआ पूरी हो जावेगी वगदी हनेरी भी खलो जावेगी फिर ना होवेगा डर ना ही कोई फिकर खंभ आत्मा दे तेरे उत्ते डोलने रब दी बरकत दे नाल उजड़े खिल जाणगे सुते पाग तेरे जाग तैनू डोलने पावन धरती दे वल तेरे वधदे कदम तेरे जीवन दे बंदेरा खोलणे पावन धरती दे वल प्यारे दर्शकों, डलहौजी ਦੇ ਇਤਿਹਾਸਿਕ ਗਿਰਜਾਘਰਾਂ ਦੇ ਐਪੀਸੋਡਸ ਦੇ ਵਿੱਚ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੇਂਟ ਫ੍ਰਾਂਸਿਸ ਗਿਰਜਾਘਰ ਦੇ ਅੰਦਰਲੇ ਹਿੱਸੇ ਬਾਰੇ ਅਤੇ ਸੇਕਰਡ ਹਾਰਟ ਕਨਵੈਂਟ ਸਕੂਲ ਦੇ ਬਾਰੇ। ਸੋ ਸਾਡੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਜਾਣਕਾਰੀ ਸੇਂਟ ਪੈਟਰਿਕ ਚਰਚ ਬਲੂਨ ਡਲਹੌਜੀ ਦੇ ਬਾਰੇ। ਜਿਵੇਂ ਕਿ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਜਾਣਿਆ ਕਿ ਡਲਹੌਜੀ ਉੱਤਰ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੀ ਗੋਦ ਵਿੱਚ ਸਥਿਤ ਇੱਕ ਮਨਮੋਹਕ ਸ਼ਹਿਰ ਹੈ। 5 ਪਹਾੜੀਆਂ ਵਿੱਚ ਫੈਲਿਆ ਇਹ ਸ਼ਹਿਰ ਸ਼ਾਂਤੀ ਦੀ ਭਾਲ ਕਰਨ ਵਾਲੇ ਸੈਲਾਨੀਆਂ ਲਈ ਇੱਕ ਸਵਰਗੀ ਅਨੁਭਵ ਜਿਹਾ ਹੈ। ਸੱਭਿਆਚਾਰਕ ਅਤੇ ਇਤਿਹਾਸਕ ਤੌਰ ਤੇ ਡਲਹੌਜੀ ਦੁਨੀਆ ਭਰ ਦੇ ਸੈਲਾਨੀਆਂ ਲਈ ਇੱਕ ਸ਼ਾਨਦਾਰ ਜਗ੍ਹਾ ਹੈ। ਡਲਹੌਜੀ ਵਿੱਚ ਦੇਖਣ ਲਈ ਬਹੁਤ ਸਾਰੀਆਂ ਥਾਵਾਂ ਹਨ, ਜਿਨ੍ਹਾਂ ਵਿੱਚ ਕੁਝ ਇਤਿਹਾਸਕ ਗਿਰਜਾਘਰ ਵੀ ਹਨ, ਜਿੱਥੇ ਜਾ ਕੇ ਉਸ ਦੇ ਇਤਿਹਾਸ ਨੂੰ ਜਾਣਨ ਨਾਲ ਇੱਕ ਮਹੱਤਵਪੂਰਨ ਅਨੁਭਵ ਵੀ ਮਿਲਦਾ ਹੈ। ਇਹਨਾਂ ਇਤਿਹਾਸਕ ਗਿਰਜਾਘਰਾਂ ਵਿੱਚੋਂ ਹੀ ਇੱਕ ਗਿਰਜਾਘਰ ਹੈ ਸੇਂਟ ਪੈਟਰਿਕ ਚਰਚ ਬਲੂਨ, ਜਿਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਸੇਂਟ ਪੈਟਰਿਕ ਚਰਚ ਬਲੂਨ ਡਲਹੌਜੀ ਦੇ ਛਾਉਣੀ ਖੇਤਰ ਦੇ ਅਧੀਨ ਆਉਂਦਾ ਹੈ। ਬੱਸ ਸਟੈਂਡ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਗੱਲ ਕਰੀਏ ਇਸ ਦੇ ਇਤਿਹਾਸਕ ਪਿਛੋਕੜ ਦੀ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਨ 1869 ਜਾਂ 1870 ਦੇ ਵਿੱਚ ਡਲਹੌਜੀ ਵਿਖੇ ਧਾਰਮਿਕ ਸੇਵਾਵਾਂ ਦੇਣ ਦੇ ਲਈ ਪੱਕੇ ਤੌਰ ਤੇ ਮਾਨਯੋਗ ਫਾਦਰ ਬੋਨਾਵੈਂਚਰ ਰਾਗੂਜ਼ਾ ਦੀ ਨਿਯੁਕਤੀ ਕੀਤੀ ਗਈ ਸੀ। ਤਿੰਨ ਸਾਲ ਤੱਕ ਉਹ ਇੱਕ ਝੌਂਪੜੀ ਵਿੱਚ ਰਹੇ। ਇਸ ਸਮੇਂ ਦੇ ਦੌਰਾਨ ਉਹਨਾਂ ਨੇ ਬਲੂਨ ਪਹਾੜੀਆਂ ਵਿਖੇ ਇੱਕ ਜਗ੍ਹਾ ਪ੍ਰਾਪਤ ਕੀਤੀ ਅਤੇ ਬਚਤ ਅਤੇ ਫੰਡ ਇਕੱਠਾ ਕਰਕੇ ਇੱਕ ਘਰ ਦਾ ਨਿਰਮਾਣ ਵੀ ਕੀਤਾ। ਸਿੱਟਾ ਇਹ ਨਿਕਲਿਆ ਕਿ ਇੱਕ ਢਾਂਚਾ ਸਨ 1873 ਵਿੱਚ ਤਿਆਰ ਹੋ ਗਿਆ ਸੀ। ਇਸ ਵਿੱਚ 4 ਛੋਟੇ ਕਮਰੇ ਹੇਠਾਂ ਅਤੇ 2 ਛੋਟੇ ਕਮਰੇ
ਅਤੇ ਇੱਕ ਵੱਡਾ ਕਮਰਾ ਸੀੜੀਆਂ ਚੜ੍ਹ ਕੇ ਚੁਬਾਰੇ ਵਜੋਂ ਤਿਆਰ ਕੀਤਾ ਗਿਆ ਸੀ, ਜੋ ਬਾਅਦ ਵਿੱਚ ਗਿਰਜਾਘਰ ਵਜੋਂ ਵਰਤਿਆ ਜਾਣ ਲੱਗਾ। ਸੰਪੂਰਨ ਤੌਰ ਤੇ 1909 ਦੇ ਵਿੱਚ ਇਹ ਗਿਰਜਾਘਰ ਬਣ ਕੇ ਤਿਆਰ ਹੋਇਆ ਸੀ। ਇਸ ਨੂੰ 25 ਅਪ੍ਰੈਲ 1909 ਦੇ ਵਿੱਚ ਬਰਕਤ ਦਿੱਤੀ ਗਈ ਸੀ ਅਤੇ ਇਸ ਨੂੰ ਸੰਤ ਪੈਟਰਿਕ ਨੂੰ ਸਮਰਪਿਤ ਕੀਤਾ ਗਿਆ। ਇਸ ਗਿਰਜਾਘਰ ਨੂੰ ਬਣਾਉਣ ਦੇ ਵਿੱਚ ਕੁੱਲ 16,000 ਰੁਪਏ ਦੀ ਲਾਗਤ ਲੱਗੀ ਸੀ। ਇਸ ਦੇ ਵਿੱਚ ਲਗਭਗ 300 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੈ। ਬ੍ਰਿਟਿਸ਼ ਫੌਜ ਦੇ ਅਧਿਕਾਰੀਆਂ ਨੇ ਇਸ ਗਿਰਜਾਘਰ ਦੀ ਸਥਾਪਨਾ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਸੀ। ਸੰਤ ਪੈਟਰਿਕ ਚਰਚ ਡਲਹੌਜ਼ੀ ਦਾ ਸਭ ਤੋਂ ਵੱਡਾ ਇਤਿਹਾਸਕ ਚਰਚ ਹੈ। ਇਹ ਗਿਰਜਾਘਰ ਸਾਨੂੰ ਬ੍ਰਿਟਿਸ਼ ਯੁੱਗ ਦੀ ਯਾਦ ਦਿਵਾਉਂਦਾ ਹੈ। ਨਾਲ ਹੀ ਇਸ ਵਿੱਚ ਪੁਰਾਣੇ ਸਮੇਂ ਦੀ ਮਹਿਕ ਵੀ ਆਉਂਦੀ ਹੈ। ਗਿਰਜਾਘਰ ਦੀ ਪ੍ਰਭਾਵਸ਼ਾਲੀ ਇਮਾਰਤ ਅਤੇ ਇਸ ਦਾ ਇੰਟੀਰੀਅਰ ਬੇਹੱਦ ਆਕਰਸ਼ਿਤ ਹੈ। ਇਸ ਦਾ ਮਨਮੋਹਕ ਢਾਂਚਾ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਬਹੁਤ ਆਕਰਸ਼ਿਤ ਕਰਦਾ ਹੈ। ਬੱਸ ਸਟੈਂਡ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਹੋਣ ਕਰਕੇ ਹੀ ਵਧੇਰੇ ਸੈਲਾਨੀ ਇੱਥੇ ਦਰਸ਼ਨ ਕਰਨ ਆਉਂਦੇ ਹਨ। ਇਸ ਗਿਰਜਾਘਰ ਦੇ ਆਲੇ ਦੁਆਲੇ ਦੇ ਖੇਤਰ ਦੀ ਸ਼ਾਂਤੀ ਸੇਂਟ ਪੈਟਰਿਕ ਗਿਰਜਾਘਰ ਨੂੰ ਜ਼ਰੂਰ ਵੇਖਣ ਯੋਗ ਬਣਾਉਂਦੀ ਹੈ। ਲੋਕ ਇੱਥੇ ਪ੍ਰਾਰਥਨਾ ਕਰਨ ਤਾਂ ਆਉਂਦੇ ਹੀ ਹਨ, ਨਾਲ ਦੇ ਨਾਲ ਇਸ ਦੀ ਬਣਤਰ ਨੂੰ ਵੀ ਵੇਖਣ ਆਉਂਦੇ ਹਨ। ਇਸ ਗਿਰਜਾਘਰ ਦੀ ਬਾਹਰੀ ਬਣਾਵਟ ਹੂ-ਬ-ਹੂ ਫਿਰੋਜ਼ਪੁਰ ਦੇ ਸੰਤ ਯੂਸਫ ਨੂੰ ਸਮਰਪਿਤ ਗਿਰਜਾਘਰ ਜਿਹੀ ਹੈ। ਸੇਂਟ ਪੈਟਰਿਕ ਚਰਚ ਬਲੂਨ ਡਲਹੌਜ਼ੀ ਵਿਖੇ ਬਤੌਰ ਪੈਰਿਸ਼ ਪ੍ਰੀਸਟ ਹੁਣ ਤੱਕ ਆਪਣੀਆਂ ਸੇਵਾਵਾਂ ਦੇ ਚੁੱਕੇ ਪੁਰੋਹਿਤਾਂ ਦੇ ਨਾਮ ਇਸ ਤਰ੍ਹਾਂ ਹਨ। ਕੈਪੂਚਨ ਮਿਸ਼ਨਰੀਜ਼ ਜੋ ਡਲਹੌਜ਼ੀ ਵਿਖੇ ਪੁਰੋਹਿਤ ਬਣੇ। ਕੈਪੂਚਨ ਮਿਸ਼ਨਰੀਜ਼ ਜੋ ਡਲਹੌਜ਼ੀ ਵਿਖੇ ਮਿਲਟਰੀ ਚੈਪਲਨ ਰਹਿ ਚੁੱਕੇ ਸਨ।
ਡਲਹੌਜ਼ੀ ਵਿਖੇ ਬੰਗਾਲ ਦੀ ਸੈਨਾ ਦੇ ਪੁਰੋਹਿਤ। ਹੋਰ ਕੈਪੂਚਨ ਮਿਸ਼ਨਰੀਜ਼ ਜਿਨ੍ਹਾਂ ਨੇ ਡਲਹੌਜ਼ੀ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ। ਤੇ ਆਓ ਹੁਣ ਅਸੀਂ ਵੀ ਅੰਦਰ ਚੱਲ ਕੇ ਦੇਖਦੇ ਹਾਂ ਇਸ ਗਿਰਜਾ ਘਰ ਦਾ ਅੰਦਰਲਾ ਨਜ਼ਾਰਾ। ਡਲਹੌਜ਼ੀ ਦੇ ਵਿੱਚ ਸੰਤ ਫਰਾਂਸਿਸ ਚਰਚ ਤੋਂ ਇਲਾਵਾ ਇੱਕ ਹੋਰ ਇਤਿਹਾਸਿਕ ਗਿਰਜਾਘਰ ਹੈ ਸੰਤ ਪੈਟਰਿਕ ਚਰਚ ਬਲੂਨ। ਇਸ ਗਿਰਜਾਘਰ ਦੇ ਮੁੱਢਲੇ ਮਿਸ਼ਨਰੀ ਵੀ ਕੈਪੂਚਨ ਪੁਰੋਹਿਤ ਹੀ ਸਨ ਜੋ ਕਿ ਆਇਰਲੈਂਡ ਤੋਂ ਆਏ ਸਨ। ਇਸੇ ਕਰਕੇ ਇਸ ਗਿਰਜਾਘਰ ਦੇ ਸਰਪ੍ਰਸਤ ਸੰਤ ਪੈਟਰਿਕ ਹਨ ਜੋ ਕਿ ਆਇਰਲੈਂਡ ਦੇ ਵੀ ਸਰਪ੍ਰਸਤ ਸੰਤ ਮੰਨੇ ਜਾਂਦੇ ਹਨ। ਇਸ ਗਿਰਜਾਘਰ ਨੂੰ ਵੀ ਗੋਥਿਕ ਆਰਕੀਟੈਕਚਰ ਸ਼ੈਲੀ ਦੇ ਵਿੱਚ ਹੀ ਬਣਾਇਆ ਗਿਆ ਹੈ ਜਿਸ ਵਿੱਚ ਲੱਕੜ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਅਸੀਂ ਸ਼ੁਰੂ ਕਰਾਂਗੇ ਗਿਰਜਾਘਰ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਨਾਲ ਜੋ ਹੈ ਇਹ ਪਵਿੱਤਰ ਅਲਤਾਰ, ਜਿੱਥੇ ਖੜੇ ਹੋ ਕੇ ਕੈਥੋਲਿਕ ਪੁਰੋਹਿਤ ਪਵਿੱਤਰ ਪਾਕਮਾਜ਼ ਦੀ ਕੁਰਬਾਨੀ ਚੜਾਉਂਦੇ ਹਨ, ਆਰਾਧਨਾ ਕਰਦੇ ਹਨ ਅਤੇ ਪ੍ਰਭੂ ਦੀ ਪਵਿੱਤਰ ਅੰਜੀਲ ਨੂੰ ਸੁਣਾਉਂਦੇ ਹਨ। ਇਸ ਅਲਤਾਰ ਦੇ ਉੱਪਰ ਪੁਰਾਣੇ ਸਮੇਂ ਦੇ ਬਾਈਬਲ ਸਟੈਂਡ ਉੱਤੇ ਪਵਿੱਤਰ ਬਾਈਬਲ ਨੂੰ ਰੱਖਿਆ ਗਿਆ ਹੈ। ਪਾਕ ਅਲਤਾਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ ਪਾਕ ਸੰਦੂਕ।
ਇਸ ਇਤਿਹਾਸਕ ਗਿਰਜਾਘਰ ਦੇ ਇਸ ਪਾਕ ਸੰਦੂਕ ਦੇ ਉੱਪਰ ਪਵਿੱਤਰ ਯੂਕਰਿਸਟ, ਕਣਕ ਦੇ ਸਿੱਟੇ ਅਤੇ ਅੰਗੂਰ ਵੀ ਦਿਖਾਏ ਗਏ ਹਨ, ਜੋ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਬਦਨ ਅਤੇ ਲਹੂ ਨੂੰ ਦਰਸਾਉਂਦੇ ਹਨ। ਪਾਕ ਸੰਦੂਕ ਦੇ ਬਿਲਕੁਲ ਉੱਪਰ ਪ੍ਰਭੂ ਯਿਸੂ ਮਸੀਹ ਦਾ ਸਟੈਚੂ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਸਟੈਚੂ ਦੇ ਬਿਲਕੁਲ ਪਿੱਛੇ ਪਵਿੱਤਰ ਸਲੀਬ ਵੀ ਲਗਾਈ ਗਈ ਹੈ। ਇਸ ਪਾਕ ਸੰਦੂਕ ਦੀ ਖਾਸੀਅਤ ਇਹ ਹੈ ਕਿ ਇਹ ਸਫੇਦ ਅਤੇ ਲਾਲ ਰੰਗ ਦੇ ਸੁਮੇਲ ਦੇ ਨਾਲ ਬਣਾਇਆ ਗਿਆ ਹੈ। ਇਸ ਪਾਕ ਸੰਦੂਕ ਨੂੰ ਮੋਮਬੱਤੀਆਂ ਅਤੇ ਫੁੱਲਾਂ ਨਾਲ ਸੁਸੱਜਿਤ ਵੀ ਕੀਤਾ ਗਿਆ ਹੈ ਅਤੇ ਇਸ ਉੱਪਰ ਲਾਤੀਨੀ ਭਾਸ਼ਾ ਦੇ ਵਿੱਚ ਕੁਝ ਪਵਿੱਤਰ ਸ਼ਬਦ ਵੀ ਲਿਖੇ ਗਏ ਹਨ। ਪਵਿੱਤਰ ਅਲਤਾਰ ਦੇ ਬਿਲਕੁਲ ਉੱਪਰ ਇੱਕ ਸੁੰਦਰ ਝੂਮਰ ਵੀ ਲਗਾਇਆ ਗਿਆ ਹੈ। ਪ੍ਰਭੂ ਦੀ ਪਵਿੱਤਰ ਅੰਜੀਲ ਨੂੰ ਪੜ੍ਹ ਕੇ ਸੁਣਾਉਣ ਦੇ ਲਈ ਪੁਰੋਹਿਤ ਪੁਲਪਿਟ ਦਾ ਇਸਤੇਮਾਲ ਕਰਦੇ ਹਨ ਅਤੇ ਇਹ ਹੈ ਇਸ ਗਿਰਜਾਘਰ ਦਾ ਪੁਲਪਿਟ, ਜੋ ਕਿ ਆਕਾਰ ਦੇ ਵਿੱਚ ਬਾਕੀ ਇਤਿਹਾਸਿਕ ਗਿਰਜਾਘਰਾਂ ਦੇ ਪੁਲਪਿਟ ਨਾਲੋਂ ਥੋੜਾ ਛੋਟਾ ਹੈ, ਪਰ ਹੈ ਪੁਰਾਣੇ ਸਮੇਂ ਦਾ ਹੀ। ਅਲਤਾਰ ਦੇ ਹਿੱਸੇ ਨੂੰ ਜੋ ਗਿਰਜਾਘਰ ਤੋਂ ਵੱਖ ਕਰਦੀ ਹੈ ਉਹ ਹੈ ਇਹ ਰੇਲਿੰਗ। ਇਸ ਨੂੰ ਵੀ ਸਫੇਦ ਅਤੇ ਲਾਲ ਰੰਗ ਦੇ ਸੁਮੇਲ ਦੇ ਨਾਲ ਹੀ ਬਣਾਇਆ ਗਿਆ ਹੈ। ਰੇਲਿੰਗ ਤੋਂ ਬਾਹਰ ਆ ਕੇ ਅਲਤਾਰ ਦੇ ਦੋਵੇਂ ਹਿੱਸਿਆਂ ਦੇ ਬਾਹਰਲੇ ਪਾਸੇ ਦੋ ਸਟੈਚੂ ਲਗਾਏ ਗਏ ਹਨ। ਇੱਕ ਪਾਸੇ ਇਸ ਗਿਰਜਾਘਰ ਦੇ ਸਰਪ੍ਰਸਤ ਸੰਤ ਪੈਟਰਿਕ ਦਾ ਸਟੈਚੂ ਲਗਾਇਆ ਗਿਆ ਹੈ, ਜਿਸ ਦੇ ਥੱਲੇ ਪੁਰਾਣੇ ਸਮੇਂ ਦਾ ਹੀ ਦਾਨ ਪਾਤਰ ਵੀ ਲਗਾਇਆ ਗਿਆ ਹੈ। ਇਸ ਦੇ ਦੂਜੇ ਪਾਸੇ ਫਾਤਿਮਾ ਦੀ ਮਾਂ ਮਰੀਮ ਦਾ ਸਟੈਚੂ ਲਗਾਇਆ ਗਿਆ ਹੈ। ਸੰਤ ਪੈਟਰਿਕ ਦੇ ਸਟੈਚੂ ਦੇ ਨਾਲ ਹੀ ਇੱਕ ਹੋਰ ਸਟੈਚੂ ਲਗਾਇਆ ਗਿਆ ਹੈ, ਸਾਡੀ ਜਲੰਧਰ ਡਾਇਓਸੀਸ ਦੇ ਦੂਜੇ ਸਰਪ੍ਰਸਤ ਸੰਤ ਦਾ ਸਟੈਚੂ, ਯਾਨੀ ਕਿ ਸੰਤ ਫ੍ਰਾਂਸਿਸ ਅਸੀਸੀ ਦਾ ਸਟੈਚੂ। ਇਸ ਦੀ ਖਾਸੀਅਤ ਇਹ ਹੈ ਕਿ ਇਹ ਸਟੈਚੂ ਸੰਤ ਫ੍ਰਾਂਸਿਸ ਦੇ ਬਾਕੀ ਸਟੈਚੂਸ ਤੋਂ ਬਿਲਕੁਲ ਅਲੱਗ ਹੈ। ਇਸ ਵਿੱਚ ਸੰਤ ਫ੍ਰਾਂਸਿਸ ਹੱਥ ਵਿੱਚ ਪਵਿੱਤਰ ਬਾਈਬਲ ਫੜੀ ਕਲੀਸਿਆ ਨੂੰ ਆਸੀਸ ਦੇ ਰਹੇ ਹਨ। ਇਹ ਸਟੈਚੂ ਬਹੁਤ ਹੀ ਘੱਟ ਗਿਰਜਾਘਰਾਂ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ। ਅਠਾਰਵੀਂ ਸਦੀ ਦੇ ਵਿੱਚ ਪਹਾੜੀ ਖੇਤਰਾਂ ਵਿੱਚ ਅਕਸਰ ਆਤੰਕੀ ਹਮਲੇ ਹੁੰਦੇ ਰਹਿੰਦੇ ਸਨ। ਇਸ ਕਰਕੇ ਚਰਚ ਡੈਸਕ ਦੇ ਵਿੱਚ ਆਰਮੀ ਦੇ ਬੰਦੂਕ ਰੱਖਣ ਦੇ ਲਈ ਬੰਦੂਕ ਧਾਰਕ ਵੀ ਬਣਾਏ ਗਏ ਸਨ। ਉਸ ਸਮੇਂ ਸਿਪਾਹੀ ਜਦੋਂ ਪਾਕ ਮਾਸ ਦੀ ਕੁਰਬਾਨੀ ਵਿੱਚ ਹਾਜ਼ਰ ਹੁੰਦੇ ਸਨ ਤਾਂ ਉਹ ਆਪਣੀ ਬੰਦੂਕ ਸਮੇਤ ਗਿਰਜਾਘਰ ਵਿੱਚ ਆਉਂਦੇ ਸਨ ਅਤੇ ਜਿਸ ਚਰਚ ਡੈਸਕ ਉੱਤੇ ਉਹ ਬੈਠਦੇ ਸਨ ਉਸੇ ਡੈਸਕ ਦੇ ਬੰਦੂਕ ਧਾਰਕ ਵਿੱਚ ਆਪਣੀ ਬੰਦੂਕ ਰੱਖ ਦਿੰਦੇ ਸਨ। ਅਸੀਂ
ਦੇਖਦੇ ਹਾਂ ਕਿ ਹਰ ਇੱਕ ਗਿਰਜਾ ਘਰ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੀ ਸਲੀਬ ਦੇ ਰਾਹ ਦੇ 14 ਮੁਕਾਮ ਜ਼ਰੂਰ ਲਗਾਏ ਜਾਂਦੇ ਹਨ। ਪਰ ਇਸ ਇਤਿਹਾਸਿਕ ਗਿਰਜਾ ਘਰ ਦੇ ਵਿੱਚ ਉਹਨਾਂ ਸਲੀਬ ਦੇ ਰਾਹ ਦੇ 14 ਮੁਕਾਮਾਂ ਦੀਆਂ ਤਸਵੀਰਾਂ ਜਾਂ ਸਟੈਚੂ ਦੀ ਜਗ੍ਹਾ ਹਰ ਮੁਕਾਮ ਤੇ ਪਾਕ ਸਲੀਬ ਲਗਾਈ ਗਈ ਹੈ। ਇਹ ਹੈ ਇਸ ਗਿਰਜਾ ਘਰ ਦਾ ਕਨਫੈਸ਼ਨਲ यानी कि इतराफ़ करन दी थां। ਇਹ ਵੀ ਉਸ ਪੁਰਾਣੇ ਸਮੇਂ ਦੀ ਆਰਕੀਟੈਕਚਰ ਸ਼ੈਲੀ ਦੇ ਵਿੱਚ ਹੀ ਬਣਾਇਆ ਗਿਆ ਹੈ। ਕਲੀਸਿਆ ਦੇ ਨਵਜਨਮੇ ਬੱਚਿਆਂ ਦਾ ਅਤੇ ਨਵੇਂ ਵਿਸ਼ਵਾਸੀਆਂ ਦਾ ਬਪਤਿਸਮਾ ਕਰਨ ਲਈ ਇਸ ਬੈਪਟਿਜ਼ਮਲ ਪੌਂਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਗਿਰਜਾ ਘਰ ਦੇ ਵਿੱਚ ਬਾਲਕਨੀ ਵੀ ਬਣਾਈ ਹੋਈ ਹੈ ਅਤੇ ਖਾਸ ਈਦਾਂ ਦੇ ਦਿਨਾਂ ਵਿੱਚ ਜਦੋਂ ਕਲੀਸਿਆ ਵਿੱਚ ਵਧੇਰੇ ਲੋਕ ਆਉਂਦੇ ਸਨ ਉਸ ਸਮੇਂ ਇਸ ਬਾਲਕਨੀ ਦਾ ਇਸਤੇਮਾਲ ਕੀਤਾ ਜਾਂਦਾ ਸੀ। ਇਸ ਬਾਲਕਨੀ ਤੋਂ ਅਸੀਂ ਇਸ ਗਿਰਜਾ ਘਰ ਦੇ ਪੂਰੇ ਇੰਟੀਰੀਅਰ ਨੂੰ ਅਤੇ ਇਸ ਦੀ ਛੱਤ ਨੂੰ ਦੇਖ ਸਕਦੇ ਹਾਂ, ਜਿਸ ਨੂੰ ਖੂਬਸੂਰਤੀ ਦੇ ਨਾਲ ਗੋਥਿਕ ਆਰਕੀਟੈਕਚਰ ਸ਼ੈਲੀ ਦੇ ਵਿੱਚ ਬਣਾਇਆ ਗਿਆ ਹੈ, ਜਿਸ ਦੇ ਵਿੱਚ ਲੱਕੜੀ ਦੀ ਵਰਤੋਂ ਵਧੇਰੇ ਕੀਤੀ ਗਈ ਹੈ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਸੇਂਟ ਪੈਟਰਿਕ ਗਿਰਜਾ ਘਰ ਡਲਹੌਜ਼ੀ ਦੇ ਇਤਿਹਾਸਕ ਗਿਰਜਾ ਘਰਾਂ ਵਿੱਚੋਂ ਸਭ ਤੋਂ ਵੱਡਾ ਗਿਰਜਾ ਘਰ ਹੈ। ਇਸ ਦੇ ਅੰਦਰ ਇਸ ਸਮੇਂ ਵੀ 300 ਲੋਕ ਆ ਸਕਦੇ ਹਨ। ਇਹ ਗਿਰਜਾ ਘਰ ਆਪਣੀ ਪ੍ਰਭਾਵਸ਼ਾਲੀ ਇਮਾਰਤਾਂ ਅਤੇ ਵਿਸ਼ਾਲ ਹਾਲ ਦੇ ਕਰਕੇ ਬੇहद ਪ੍ਰਸਿੱਧ ਹੈ। ਅਤੇ ਉੱਤਰੀ ਭਾਰਤ ਦੇ ਖੂਬਸੂਰਤ ਗਿਰਜਾ ਘਰਾਂ ਵਿੱਚੋਂ ਇੱਕ ਹੈ। ਇਸ ਗਿਰਜਾ ਘਰ ਨੂੰ ਬਣੇ 1 ਸਦੀ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਪਰ ਅਜੇ ਵੀ ਪੂਰੇ ਭਾਰਤ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਸੋ ਇਹ ਸੀ ਜਾਣਕਾਰੀ ਸੇਂਟ ਪੈਟਰਿਕ ਚਰਚ ਬਲੂਨ ਡਲਹੌਜ਼ੀ ਦੀ। ਉਮੀਦ ਕਰਦੀ ਹਾਂ ਤੁਹਾਨੂੰ ਬੇहद ਪਸੰਦ ਆਈ ਹੋਵੇਗੀ। ਸੋ ਜੇਕਰ ਤੁਸੀਂ ਸਾਨੂੰ ਆਪਣੇ ਸੁਝਾਅ ਦੇਣਾ ਚਾਹੁੰਦੇ ਹੋ ਅਤੇ ਦੱਸਣਾ ਚਾਹੁੰਦੇ ਹੋ ਕਿ ਕਿੱਦਾਂ ਦੀ ਲੱਗੀ ਤੁਹਾਨੂੰ ਇਹਨਾਂ ਇਤਿਹਾਸਿਕ ਗਿਰਜਾ ਘਰਾਂ ਦੀ ਇਹ ਜਾਣਕਾਰੀ, ਤਾਂ ਆਪਣੀ ਫੀਡਬੈਕ ਕਮੈਂਟ ਜ਼ੋਨ ਦੇ ਵਿੱਚ ਜਾ ਕੇ ਜ਼ਰੂਰ ਦੇਣਾ। ਸੋ ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਹ ਸਾਲ ਹੈ ਜਲੰਧਰ ਡਾਇਓਸੀਸ ਦਾ ਗੋਲਡਨ ਜੁਬਲੀ ਸਾਲ। ਸੋ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਵਿਅਕਤੀਗਤ ਤੌਰ ਤੇ ਜਲੰਧਰ ਡਾਇਓਸੀਸ ਨੂੰ ਇਸ ਸ਼ੁਭ ਮੌਕੇ ਤੇ ਮੁਬਾਰਕਬਾਦ ਦੇਣਾ ਚਾਹੁੰਦਾ ਹੈ ਤਾਂ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਯਿਸੂ ਮਸੀਹ ਕੀ। पावन धरती देवल तेरे वध
ਵਧਦੇ ਕਦਮ ਪਾਵਨ ਧਰਤੀ ਦੇ ਵੱਲ ਤੇਰੇ ਵਧਦੇ ਕਦਮ ਤੇਰੇ ਜੀਵਨ ਦੇ ਬੰਦ ਰਾਹ ਖੋਲਣਗੇ ਰੱਬ ਦੀ ਬਰਕਤ ਦੇ ਨਾਲ ਉਜੜੇ ਖਿਲ ਜਾਣਗੇ ਸੁੱਤੇ ਭਾਗ ਤੇਰੇ ਜਾਗ ਤੈਨੂੰ ਢੋਲਣਗੇ ਪਾਵਨ ਧਰਤੀ ਦੇ ਵੱਲ